सत श्री अकाल प्यारे विद्यार्थियों, स्वागत है तुहाडा RGC बोड़ावाल ਦੀਆਂ ऑनलाइन क्लासां दे विच। ਤਾਂ MA पंजाबी भाग पहला दी मैं तुहाडे नाल पेपर पंजाबी साहित्य दा इतिहास दे विचों मध्यकाल बारे तुहाडे नाल गल कर रहा सी। मध्यकाल दा राजसी प्रफेक, राजनीतिक ढांचा ਜਾਂ सभ्याचारक प्रफेक, ਉਹਦੇ बारे मैं तुहाडे नाल ਜਿਹੜੀਆਂ ਕਲਾਸਾਂ ਨੇ ਉਹ ਸਾਂਝੀਆਂ ਕੀਤੀਆਂ ਨੇ। ਹੁਣ ਮੱਧਕਾਲ ਦੇ ਵਿੱਚ ਜਿਹੜੀਆਂ ਧਾਰਾਵਾਂ ਚੱਲੀਆਂ, ਜਿਵੇਂ ਗੁਰਮਤਿ ਧਾਰਾ, ਸੂਫੀ, ਕਿੱਸਾ, ਵੀਰ, ਵਾਰਤਕ, ਭਗਤੀ ਅਤੇ ਹੋਰ ਜਿਹੜੀਆਂ ਸਾਹਿਤਕ ਧਾਰਾਵਾਂ ਚੱਲੀਆਂ, ਉਹਨਾਂ ਦੇ ਬਾਰੇ ਮੈਂ ਤੁਹਾਡੇ ਨਾਲ ਇਸ ਕਲਾਸ ਦੇ ਵਿੱਚ ਜਿਹੜੀ ਇਕੱਲੀ ਇਕੱਲੀ ਕਲਾਸ ਤੁਹਾਡੇ ਨਾਲ ਮੈਂ ਸਾਂਝੀ ਕਰੂੰਗਾ। ਅੱਜ ਦਾ ਜੋ ਟੌਪਿਕ ਹੈ ਉਹ ਹੈ ਗੁਰਮਤਿ ਕਾਵਿ ਧਾਰਾ। ਉਹਨਾਂ ਦੀ ਬਾਣੀ, ਉਹ ਕਿਹੜੇ ਗੁਰੂ ਸਾਹਿਬਾਨ ਸੀ ਜਿਨ੍ਹਾਂ ਨੇ ਮੱਧਕਾਲ ਦੇ ਵਿੱਚ ਸਾਹਿਤ ਰਚਿਆ, ਕੀ ਸਾਹਿਤ ਨੂੰ ਉਹਨਾਂ ਦੀ ਦੇਣ ਹੈ, ਕਿਹੜੀਆਂ ਕਿਹੜੀਆਂ ਬਾਣੀਆਂ ਉਹਨਾਂ ਨੇ ਸਾਹਿਤ ਦਾ ਹਿੱਸਾ ਬਣੀਆਂ। ਇਸ ਤੋਂ ਇਲਾਵਾ ਉਹਨਾਂ ਦੇ ਇੱਕ ਜੀਵਨ ਬਾਰੇ ਜਿਹੜੀ ਹੈ ਝਾਤ ਪਾਵਾਂਗੇ, ਤਾਂ ਕਿ ਜੋ ਛੋਟੇ ਪ੍ਰਸ਼ਨ ਨੇ ਉਹ ਤੁਸੀਂ ਆਸਾਨੀ ਨਾਲ ਪੇਪਰ ਦੇ ਵਿੱਚ ਹੱਲ ਕਰ ਸਕੋ। ਤਾਂ ਗੁਰਮਤਿ ਕਾਵਿ ਧਾਰਾ 1400 ਜਿਹੜਾ ਹੈ 69 ਈਸਵੀ ਦੇ ਵਿੱਚ ਗੁਰੂ ਨਾਨਕ ਦੇਵ ਜੀ ਦਾ ਜਨਮ ਹੁੰਦਾ ਹੈ, ਔਰ ਅਖੀਰ ਜਿਹੜੀ ਪਾਤਸ਼ਾਹੀ 10ਵੀਂ 1708-9 ਦੇ ਲਗਭਗ ਜਿਹੜਾ ਹੈ ਜੋਤੀ ਜੋਤ ਸਮਾਉਂਦੀ ਹੈ। ਤਾਂ ਅਸੀਂ ਕਹਿ ਸਕਦੇ ਹਾਂ ਕਿ 15ਵੀਂ ਸਦੀ ਤੋਂ ਲੈ ਕੇ 17ਵੀਂ ਸਦੀ ਤੱਕ ਜਿਹੜਾ ਹੈ ਗੁਰਮਤਿ ਕਾਵਿ ਧਾਰਾ ਜਿਹੜੀ ਉਹ ਚੱਲਦੀ ਰਹੀ। ਇਹਦੇ ਵਿੱਚ ਜਿਹੜੇ ਗੁਰੂ ਸਾਹਿਬਾਨ ਆਏ ਉਹਨਾਂ ਦੇ ਵਿੱਚੋਂ ਇੱਕ ਇੱਕ ਗੁਰੂ ਕਰਕੇ ਮੈਂ ਤੁਹਾਡੇ ਨਾਲ ਉਹਨਾਂ ਦੇ ਬਾਣੀ ਬਾਰੇ, ਉਹਨਾਂ ਦੇ ਜੀਵਨ ਬਾਰੇ ਜਿਹੜੀਆਂ ਗੱਲਾਂ ਨੇ ਉਹ ਸਾਂਝੀਆਂ ਕਰਾਂਗਾ। ਪਿਆਰੇ ਵਿਦਿਆਰਥੀਓ, ਇਸ ਕਾਲ ਨੂੰ ਜਿਹੜਾ ਹੈ ਸੁਨਹਿਰੀ ਕਾਲ ਵੀ ਕਿਹਾ ਜਾਂਦਾ। ਸੁਨਹਿਰੀ ਕਾਲ ਕਿਉਂ ਕਿਹਾ ਜਾਂਦਾ ਹੈ? ਕਿਉਂਕਿ ਜਿੰਨੇ ਸਾਡੇ ਗੁਰੂ ਸਾਹਿਬਾਨ ਹੋਏ ਜਾਂ ਸੂਫੀ ਹੋਏ ਜਾਂ ਕਿੱਸਾ ਇੱਕ ਨਵਾਂ ਐਡ ਹੋਇਆ, ਕਿੱਸਾ ਕਾਵ ਹੋਇਆ, 12 ਹੋਈਆਂ, ਇਹ ਸਾਰੀਆਂ ਜਿਹੜੀਆਂ ਬੜੇ ਵੱਡੇ ਪੱਧਰ 'ਤੇ ਇਸ ਸਮੇਂ ਦੇ ਵਿੱਚ ਲਿਖੀਆਂ ਗਈਆਂ। ਤਾਂ ਕਰਕੇ ਸਭ ਤੋਂ ਵੱਧ ਸਾਹਿਤ ਇਸ ਸਮੇਂ ਦੇ ਵਿੱਚ ਲਿਖਿਆ ਗਿਆ, ਜਿਸ ਕਰਕੇ ਇਹਨੂੰ ਪੰਜਾਬੀ ਸਾਹਿਤ ਦਾ ਸੁਨਹਿਰੀ ਕਾਲ ਵੀ ਕਹਿ ਦਿੱਤਾ ਜਾਂਦਾ ਹੈ। ਜਾਂ ਤੁਹਾਨੂੰ ਕੁਐਸਚਨ ਪਾਉਣ ਵਾਲਾ ਸਿੱਧਾ ਪੁੱਛ ਸਕਦਾ ਕਿ ਜਿਹੜਾ ਪੰਜਾਬੀ ਸਾਹਿਤ ਦੇ ਸੁਨਹਿਰੀ ਕਾਲ ਬਾਰੇ ਚਰਚਾ ਕਰੋ, ਤਾਂ ਤੁਸੀਂ ਇਹਦੇ ਵਿਚਲੀਆਂ ਜਿਹੜੀਆਂ ਧਾਰਾਵਾਂ ਨੇ ਉਹਨਾਂ ਬਾਰੇ ਚਰਚਾ ਤੁਸੀਂ ਕਰਨੀ ਹੈ। ਇਹਨੂੰ ਸੁਨਹਿਰੀ ਕਾਲ ਵੀ ਜਿਹੜਾ ਹੈ ਉਹ ਕਿਹਾ ਜਾਂਦਾ ਹੈ। ਤਾਂ ਸਾਡੇ ਕੋਲ ਪਹਿਲੇ ਗੁਰੂ ਜਿਹੜੇ ਹੈ ਉਹ ਸ਼੍ਰੀ ਗੁਰੂ ਨਾਨਕ ਦੇਵ ਜੀ, ਜਿਨ੍ਹਾਂ ਦਾ ਜਨਮ 1469 ਅਤੇ 1539 ਤੱਕ ਦਾ ਸਮਾਂ ਜਿਹੜਾ ਇਹਨਾਂ ਦਾ ਇਤਿਹਾਸਕਾਰਾਂ ਮੁਤਾਬਕ ਜਾਂ ਸਾਡੇ ਮਿਲੇ ਜਿਹੜੇ ਉੱਥੋਂ ਦੇ ਸਬੂਤ ਨੇ ਉਹਨਾਂ ਦੇ ਜਨਮ ਨਾਲ ਸੰਬੰਧਿਤ, ਉਹਦੇ ਮੁਤਾਬਕ 1469 ਤੋਂ 1539 ਤੱਕ ਦਾ ਜਿਹੜਾ ਇਹਨਾਂ ਦਾ ਸਮਾਂ ਹੈ ਉਹ ਬਣਦਾ ਹੈ। ਬੜਾ ਵਧੀਆ ਜੀਵਨ ਜਿਉਣ ਵਾਲੇ, ਪੂਰੀ ਦੁਨੀਆ ਦੇ ਲਈ ਇੱਕ ਮਿਸਾਲ ਬਣਨ ਵਾਲੇ, ਪੂਰੀ ਦੁਨੀਆ ਦੇ ਵਿੱਚ ਜਾਗਿਰਤੀ ਪੈਦਾ ਕਰਨ ਵਾਲੇ, ਕ੍ਰਾਂਤੀਕਾਰੀ ਜਿਹੜਾ ਹੈ ਉਹ ਵੀ ਲਹਿਰ ਦੇ ਨਾਲ ਟੱਚ ਹੋਣ ਵਾਲੇ ਗੁਰੂ ਸਾਹਿਬਾਨਾਂ ਨੇ ਬੜਾ ਕੁਛ ਜਿਹੜਾ ਹੈ ਜ਼ਿੰਦਗੀ ਦੇ ਵਿੱਚ ਆਪਣਾ ਖੁਦ ਕਰਕੇ ਦਿਖਾਇਆ। ਉਹਨਾਂ ਨੇ ਪੂਰੇ ਭਾਰਤ ਦੀ ਯਾਤਰਾ ਵੀ ਕੀਤੀ, ਜਿਨ੍ਹਾਂ ਨੂੰ ਉਦਾਸੀਆਂ ਦਾ ਨਾਮ ਜਿਹੜਾ ਹੈ ਦਿੱਤਾ ਜਾਂਦਾ ਹੈ। ਉਹਦੇ ਵਿੱਚੋਂ ਕੁਛ ਕੁ ਮੈਂ ਸਥਾਨ ਤੁਹਾਡੇ ਨਾਲ ਸਾਂਝੇ ਕਰਾਂਗਾ, ਜਿਵੇਂ ਕਿ ਤਿੱਬਤ ਹੋ, ਅਸਾਮ, ਸ਼੍ਰੀਲੰਕਾ, ਅਫਗਾਨਿਸਤਾਨ, ਅਰਬ ਅਤੇ ਇਰਾਕ ਤੱਕ ਜਿਹੜਾ ਹੈ ਉਹ ਗਏ। ਇੱਥੇ ਜਾ ਕੇ ਉਹਨਾਂ ਨੇ ਜਿਹੜਾ ਆਮ ਸਾਡੇ ਪਖੰਡਾਂ ਦਾ ਬੜਾ ਬੋਲਬਾਲਾ ਸੀ, ਫੋਕੀ ਟੌਰ ਦਾ ਬੜਾ ਬੋਲਬਾਲਾ ਸੀ, ਤਾਂ ਗੁਰੂ ਸਾਹਿਬਾਨਾਂ ਨੇ ਜਿਹੜਾ ਉਸ ਸਮੇਂ ਦੀ ਸੱਚਾਈ ਦੱਸੀ, ਉਸ ਸਮੇਂ ਦਾ ਸੱਚਾ ਧਰਮ ਦੱਸਿਆ, ਸੱਚਾ ਪ੍ਰਮਾਤਮਾ ਦਾ ਪਾਠ ਪੜ੍ਹਾਇਆ, ਉਹ ਸਾਰੀਆਂ ਗੱਲਾਂ ਗੁਰੂ ਨਾਨਕ ਦੇਵ ਜੀਆਂ ਦੀਆਂ ਜਿਹੜੀਆਂ ਨੇ ਉਹ ਇਸ ਉਹਨਾਂ ਦੀ ਜੀਵਨੀ ਦੇ ਦੌਰਾਨ ਜਿਹੜੀਆਂ ਉਹ ਚੱਲਦੀਆਂ ਗਈਆਂ। ਵਿਚਾਰਧਾਰਾ ਕਿਹੋ ਜਿਹੀ ਸੀ? ਇੱਕ ਜਾਣ ਸਕਦੇ ਹਾਂ ਕਿ ਸਭ ਤੋਂ ਪਹਿਲਾਂ ਤਾਂ ਪ੍ਰਮਾਤਮਾ ਇੱਕ ਹੈ। ਉਹਨਾਂ ਦਾ ਇਹ ਕਹਿਣਾ ਸੀ ਕਿ ਪ੍ਰਮਾਤਮਾ ਹੈ ਜੋ ਇੱਕ ਹੈ, ਉਹ ਸਦਾ ਸਥਿਰ ਹੈ, ਸ੍ਰਿਸ਼ਟੀ ਦਾ ਸਿਰਜਕ ਹੈ। ਇਹ ਉਹਨਾਂ ਦੀ ਜਿਹੜੀ ਹੈ ਵਿਚਾਰਧਾਰਾ ਹੈ। ਉਹ ਕਹਿੰਦੇ ਵੀ ਜਿਹੜਾ ਇਹ ਨਾਮ ਨੂੰ ਜਪਦਾ ਹੈ ਉਹ ਵੱਖ-ਵੱਖ ਜੂਨੀਆਂ ਦੇ ਵਿੱਚ ਨਹੀਂ ਪੈਂਦਾ। ਜਿਵੇਂ ਧਰਮਾਂ ਦੇ ਵਿੱਚ ਹੈ ਕਿ 84 ਲੱਖ ਜੂਨ ਜਿਹੜੀ ਬਣੀ ਹੈ ਮਨੁੱਖ ਇਹ ਭੋਗਦਾ ਹੈ, ਫਿਰ ਕਿਤੇ ਜਾ ਕੇ ਮਨੁੱਸ਼ਾ ਜੂਨ ਜਿਹੜੀ ਮਿਲਦੀ ਹੈ, ਪਰੰਤੂ ਪਰਮਾਤਮਾ ਨੂੰ ਮੰਨਣ ਵਾਲਾ, ਉਹਦੇ ਸੱਚੇ ਨਾਮ ਨੂੰ ਲੈਣ ਵਾਲਾ, ਉਹਦੇ ਸੱਚੇ ਨਾਮ ਨੂੰ ਜਪਣ ਵਾਲਾ ਜਿਹੜਾ ਹੈ ਇਹ ਵੱਖ-ਵੱਖ ਜੂਨਾਂ ਦੇ ਵਿੱਚ ਨਹੀਂ ਆਉਂਦਾ।
ਸਤਿਗੁਰ ਦੇ ਜਿਹੜਾ ਹੈ ਨਾਮ ਨਾਲ ਉਸ ਨੂੰ ਜਾਣਿਆ ਜਾਂਦਾ ਹੈ। ਮੁਕਤੀ ਤੋਂ ਭਾਵ ਗੁਰੂ ਨਾਨਕ ਦੇਵ ਜੀ ਨੇ ਦੱਸਿਆ ਕਿ ਜਨਮ ਮਰਨ ਦੇ ਗੇੜ ਤੋਂ ਆਜ਼ਾਦ ਹੋਣਾ। ਸ਼ਾਰਟ ਨੋਟ ਆ ਸਕਦਾ ਹੈ, ਮੁਕਤੀ ਕੀ ਹੈ? ਮੁਕਤੀ ਹੈ ਗੁਰੂ ਨਾਨਕ ਦੇਵ ਜੀ ਦੇ ਅਨੁਸਾਰ ਜਨਮ ਮਰਨ ਦੇ ਗੇੜ ਤੋਂ ਆਜ਼ਾਦ ਹੋਣਾ ਮੁਕਤੀ ਹੈ। ਇਸ ਤੋਂ ਇਲਾਵਾ ਗੁਰੂ ਸਾਹਿਬਾਨ ਕਹਿੰਦੇ ਕਿ ਸਾਡੇ ਜੋ ਆਸ-ਪਾਸ ਲੁਟੇਰੇ ਨੇ, ਕਾਮ, ਕ੍ਰੋਧ, ਮੋਹ, ਲੋਭ, ਅਹੰਕਾਰ, ਮਨ ਤੇ ਮਾਇਆ, ਇਹ ਲੁਟੇਰੇ ਜਿਹੜੇ ਹੈ ਮਨੁੱਖ ਨੂੰ ਕਿਸੇ ਨਾ ਕਿਸੇ ਆਪਣੀ ਚੁੰਗਲ ਦੇ ਵਿੱਚ ਫਸਾ ਰੱਖਦੇ ਆ। ਕਿਸੇ ਨੂੰ ਮੋਹ ਦਾ ਹੰਕਾਰ ਹੈ, ਆਪਣੇ ਉਹ ਘਰ-ਬਾਰ ਦੇ ਵਿੱਚ ਹੀ ਵਿਅਸਤ ਹੈ, ਆਪਣੇ ਬਾਲ ਬੱਚਿਆਂ 'ਚ ਹੀ ਵਿਅਸਤ ਹੈ। ਕਿਸੇ ਨੂੰ ਹੰਕਾਰ ਹੈ ਕਿ ਮੇਰੇ ਕੋਲ ਜਿਹੜਾ ਹੈ ਜ਼ਮੀਨ ਜਾਇਦਾਦ ਜ਼ਿਆਦਾ ਹੈ, ਮੇਰੇ ਕੋਲ ਜਿਹੜੇ ਹੈ ਪੈਸਾ ਟਕੇ ਦਾ ਮੈਂ ਜ਼ਿਆਦਾ ਧਨੀ ਹਾਂ। ਕਿਸੇ ਕੋਲ ਜਿਹੜਾ ਹੈ ਕਿਸੇ ਕੋਲ ਕਿਵੇਂ, ਕਿਸੇ ਕੋਲ ਕਿਵੇਂ, ਕਿਸੇ ਨੂੰ ਮਨ ਦਾ ਸੂਖਸ਼ਮ ਹੰਕਾਰ ਹੈ ਕਿ ਮੈਂ ਹੀ ਆਪਣੇ ਆਪ ਦੇ ਵਿੱਚ ਵੱਡਾ ਹਾਂ। ਤਾਂ ਗੁਰੂ ਸਾਹਿਬਾਨ ਕਹਿੰਦੇ ਕਿ ਇਹ ਸਾਰੀਆਂ ਚੀਜ਼ਾਂ ਨੇ ਜਿਹੜੀਆਂ, ਇਹਨਾਂ ਤੋਂ ਤੈਨੂੰ ਮਨ ਨੂੰ ਮੋੜਨਾ ਪੈਣਾ। ਇਹ ਸਾਰੀਆਂ ਚੀਜ਼ਾਂ ਤੋਂ ਤੈਨੂੰ ਉੱਪਰ ਉੱਠਣਾ ਪੈਣਾ ਜੇਕਰ ਤੂੰ ਉਸ ਪਰਮਾਤਮਾ ਦਾ ਉਹਦਾ ਨਾਮ ਨਾ ਖੱਟਣਾ, ਉਹਦੇ ਜਿਹੜਾ ਹੈ ਪ੍ਰੇਮ ਦੇ ਵਿੱਚ ਰਹਿਣਾ। ਮਾਇਆ ਤੋਂ ਜਿਹੜਾ ਨਿਰਲੇਪ ਰਹਿਣ ਵਾਲਾ ਤੈਨੂੰ ਜੀਵਨ ਹੈ ਜਿਹੜਾ ਉਹ ਜਿਉਣਾ ਪੈਣਾ। ਤਾਂ ਗੁਰੂ ਸਾਹਿਬਾਨ ਕਹਿੰਦੇ ਕਿ ਜੋ ਪਖੰਡ ਹੈ ਉਹ ਤਾਂ ਬਿਲਕੁਲ ਵੀ ਨਹੀਂ ਇਸ ਮਾਰਗ ਦੇ ਵਿੱਚ ਆ ਸਕਦਾ। ਜੋ ਜਿਹੜਾ ਹੈ ਰਾਖਾਂ ਮਲ ਲੈਣੀਆਂ, ਜਟਾਂ ਵਧਾ ਲੈਣੀਆਂ, ਜਾਂ ਇਸ ਤੋਂ ਇਲਾਵਾ ਹੋਰ ਕੋਈ ਜਿਹੜੇ ਪਖੰਡ ਕੀਤੇ ਜਾਣੇ, ਪਾਣੀ ਦਾ ਦੇਣਾ, ਕਿਸੇ ਦਰਖਤ ਦੀ ਪੂਜਾ ਕਰਨਾ, ਇਹ ਸਾਰੀਆਂ ਜਿਹੜੀਆਂ ਗੱਲਾਂ ਬਾਤਾਂ ਨੇ, ਬਾਹਰੀ ਕਰਮ ਕਾਂਡ ਨੇ, ਲੱਸੀਆਂ ਪਾਉਣੀਆਂ, ਜਾਂ ਇਸ ਤੋਂ ਇਲਾਵਾ ਹੋਰ ਵੀ ਬਹੁਤ ਨੇ। ਤਾਂ ਉਹ ਸਾਰੇ ਚੀਜ਼ਾਂ ਨੂੰ, ਜਿਹੜਾ ਕਰਮ ਕਾਂਡਾਂ ਨੂੰ ਛੱਡਣਾ ਪੈਣਾ। ਸਿਰਫ ਇੱਕ ਨਾਮ ਸ਼ਬਦ ਨੂੰ ਆਧਾਰ ਬਣਾ ਕੇ ਹੀ ਪਰਮਾਤਮਾ ਨੂੰ ਜਿਹੜਾ ਹੈ ਪਾਇਆ ਜਾ ਸਕਦਾ। ਤਾਂ ਗੁਰੂ ਸਾਹਿਬਾਨਾਂ ਨੇ ਅੱਗੇ ਕਿਹਾ ਕਿ ਜੋ ਨਾਰੀ ਹੈ ਉਹਨੂੰ ਬਣਦਾ ਸਤਿਕਾਰ ਦੇਣਾ ਹੈ। ਸੋ ਕਿਉ ਮੰਦਾ ਆਖੀਏ ਜਿਤ ਜੰਮੇ ਰਾਜਾਨ। ਜੀ ਦੀ ਪੇਟ ਦੇ ਕੁੱਖੋਂ ਰਾਜਾ ਮਹਾਰਾਜਾ ਪਰਮਾਤਮਾ ਆਉਂਦੇ ਹੈ ਤਾਂ ਅਸੀਂ ਉਸ ਦੇਵੀ ਨੂੰ, ਉਸ ਔਰਤ ਨੂੰ ਕਿਵੇਂ ਮਾੜਾ ਜਿਹੜਾ ਹੈ ਕਹੀਏ ਜਾਂ ਕਿਉਂ ਮਾੜਾ ਕਹੀਏ? ਮਾੜਾ ਨਹੀਂ ਕਹਿਣਾ ਚਾਹੀਦਾ। ਔਰਤ ਨੂੰ ਇੱਕ ਵਿਸ਼ੇਸ਼ ਸਨਮਾਨ ਜਿਹੜਾ ਹੈ ਦਿਵਾਉਣ ਦੇ ਲਈ ਗੁਰੂ ਸਾਹਿਬਾਨ ਵੀ ਇਸ ਦੇ ਨਾਲ ਪੂਰੇ ਸਹਿਮਤ ਨੇ। ਤਾਂ ਇਹਨਾਂ ਦੀ ਬਾਣੀ ਵੱਲ ਜੇਕਰ ਝਾਤ ਮਾਰੀਏ, ਇਹਨਾਂ ਦੀ ਬਾਣੀ ਹੈ ਜਿਹੜੀ, ਸਭ ਤੋਂ ਪਹਿਲਾਂ ਤਾਂ ਰਾਗਾਂ ਦੀ ਗੱਲ ਕਰੀਏ ਤਾਂ ਗੁਰੂ ਨਾਨਕ ਦੇਵ ਜੀ ਨੇ ਕੁੱਲ 20 ਰਾਗਾਂ ਦੇ ਵਿੱਚ ਆਪਣੀ ਬਾਣੀ ਜਿਹੜੀ ਹੈ ਉਹ ਰਚੀ ਹੈ। ਇਹਨਾਂ ਦੀ ਸਭ ਤੋਂ ਮੇਨ ਬਾਣੀ ਹੈ ਜਿਹੜੀ ਉਹ ਜਪ ਸਾਹਿਬ, ਗੁਰਮਤਿ ਦੀ ਕੇਂਦਰੀ ਬਾਣੀ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਮੁੱਢ ਵਿੱਚ ਸੰਕਲਿਤ ਹੈ। ਇਹ ਬਾਣੀ ਦੇ ਵਿੱਚ ਕੁੱਲ 38 ਪੌੜੀਆਂ ਨੇ। ਪੌੜੀਆਂ ਹੁੰਦੀਆਂ ਇੱਕ ਟੱਪੇ ਦਾ ਸੰਬੰਧ ਦੂਜੇ ਨਾਲ, ਦੂਜੇ ਦਾ ਤੀਜੇ ਨਾਲ, ਚੌਥੇ ਦਾ ਪੰਜਵੇਂ ਨਾਲ, ਛੇਵਾਂ, ਸੱਤਵਾਂ, ਅੱਠਵਾਂ, ਅੱਗੇ ਦੀ ਅੱਗੇ, ਅੱਗੇ ਦੀ ਅੱਗੇ ਜਿਹੜਾ ਚੱਲਦਾ ਰਹਿੰਦਾ ਉਹਨੂੰ ਅਸੀਂ ਪੌੜੀਆਂ ਕਹਿ ਦਿੰਦੇ ਹੁੰਦੇ ਹਾਂ। ਤਾਂ 38 ਪੌੜੀਆਂ ਦੇ ਵਿੱਚ ਰਚੀ ਇਹ ਜਪਜੀ ਸਾਹਿਬ। ਇਹਦਾ ਅੰਤ ਤੇ ਆਰੰਭ ਤੇ ਅੰਤ ਵਿੱਚ ਇੱਕ ਇੱਕ ਸ਼ਲੋਕ ਵੀ ਹੈ। ਸ਼ਲੋਕਾਂ ਤੋਂ ਵੀ ਪਹਿਲਾਂ ਇੱਕ ਮੂਲ ਮੰਤਰ ਹੈ ਜਿਸ ਵਿੱਚ ਪ੍ਰਭੂ ਦੇ ਸੰਕਲਪ ਨੂੰ ਪਰਿਭਾਸ਼ਿਤ ਕੀਤਾ ਗਿਆ ਹੈ। ਤਾਂ ਇਹਦੇ ਵਿੱਚ 5 ਖੰਡਾਂ ਦਾ ਜ਼ਿਕਰ ਕੀਤਾ ਗਿਆ ਹੈ। ਸਭ ਤੋਂ ਪਹਿਲਾਂ ਧਰਮ ਖੰਡ, ਫਿਰ ਗਿਆਨ ਖੰਡ, ਸ਼ਰਮ ਖੰਡ, ਕਰਮ ਖੰਡ ਤੇ ਸੱਚਖੰਡ। ਇਹ 5 ਖੰਡ ਤੁਹਾਨੂੰ ਛੋਟੇ ਪ੍ਰਸ਼ਨਾਂ ਦੇ ਵਿੱਚ ਵੀ ਪੁੱਛ ਸਕਦੇ ਆ। ਪਿਆਰੇ ਵਿਦਿਆਰਥੀਓ, ਇੱਕ ਚੀਜ਼ ਦਾ ਤੁਸੀਂ ਧਿਆਨ ਰੱਖਣਾ, ਇਹਨਾਂ 5 ਖੰਡਾਂ ਨੂੰ ਤੁਸੀਂ ਲੜੀਵਾਰ ਹੀ ਰੱਖਣਾ। ਮੈਂ ਤੁਹਾਨੂੰ ਸਮਝਾਉਣਾ ਕਿ ਸਭ ਤੋਂ ਪਹਿਲਾਂ ਜਿਵੇਂ ਧਰਮ ਖੰਡ, ਸਭ ਤੋਂ ਪਹਿਲਾਂ ਵਿਅਕਤੀ ਜਿਹੜਾ ਹੈ ਉਹ ਧਰਮ ਦੇ ਵਿੱਚ ਹੀ ਆਊਗਾ, ਫਿਰ ਉਹਨੂੰ ਗਿਆਨ ਮਿਲੂਗਾ। ਦੂਜੇ ਸਾਡੇ ਕੋਲੇ ਹੈ ਗਿਆਨ ਖੰਡ। ਗਿਆਨ ਤੋਂ ਬਾਅਦ ਫਿਰ ਉਹਨੂੰ ਸ਼ਰਮ ਆਊਗੀ ਕਿ ਮੈਂ ਕੀ ਚੰਗਾ ਕਰ ਰਿਹਾ ਹਾਂ, ਕੀ ਮਾੜਾ ਕਰ ਰਿਹਾ ਹਾਂ। ਸ਼ਰਮ ਤੋਂ ਬਾਅਦ ਉਹ ਫਿਰ ਕਰਮ ਕਰੂਗਾ, ਚੰਗੇ ਕਰਮ ਕਰੂਗਾ। ਚੌਥੇ ਨੰਬਰ 'ਤੇ ਸਾਡੇ ਕੋਲੇ ਕਰਮ ਖੰਡ। ਪੰਜਵਾਂ ਤੇ ਅਖੀਰੀ ਸਾਡੇ ਕੋਲੇ ਹੈ ਸੱਚਖੰਡ। ਜਦੋਂ ਵਿਅਕਤੀ ਜਿਹੜਾ ਹੈ ਚੰਗੇ ਕਰਮਾਂ ਵੱਲ ਪਊਗਾ ਤਾਂ ਸੱਚਖੰਡ ਦਾ ਜਿਹੜਾ ਹੈ ਨਿਆਈ, ਸੱਚਖੰਡ ਦੇ ਵਿੱਚ ਉਹਦੀ ਜਗ੍ਹਾ ਜਿਹੜੀ ਉਹਨੂੰ ਮਿਲੂਗੀ। ਇਹ 5 ਖੰਡਾਂ ਦਾ ਜ਼ਿਕਰ ਵੀ ਜਪਜੀ ਸਾਹਿਬ ਦੇ ਵਿੱਚ ਕੀਤਾ ਹੋਇਆ। ਉਸ ਤੋਂ ਬਾਅਦ ਸਿੱਧ ਗੋਸ਼ਟੀਆਂ ਨੇ ਉਹ ਬਾਣੀ ਹੈ, ਇਹ 73 ਪੌੜੀਆਂ ਦੇ ਵਿੱਚ ਰਚੀ ਗਈ ਹੈ। ਫਿਰ ਓਂਕਾਰ ਹੈ, 54 ਪਦਿਆਂ ਦੇ ਵਿੱਚ ਰਚੀ ਗਈ। ਰਾਮਕਲੀ ਰਾਗ ਦੇ ਵਿੱਚ ਇਹ ਬਾਣੀ ਹੈ। ਫਿਰ ਉਹਨਾਂ ਦੀ ਪੱਟੀ ਆਸਾ ਰਾਗ ਦੇ ਵਿੱਚ ਰਚੀ ਹੋਈ ਬਾਣੀ ਇਹ ਪੱਟੀ ਹੈ। ਇਹਦੇ ਵਿੱਚ ਕੁੱਲ 35 ਪਦੇ ਨੇ। ਇਹਨਾਂ ਦੇ ਵਿੱਚ ਵੀ ਪਰਮਾਤਮਾ ਦੇ ਨਾਮ ਦਾ ਜਿਹੜਾ ਜ਼ਿਕਰ ਹੈ ਉਹ ਕੀਤਾ ਗਿਆ ਹੈ। ਇੱਕ 12 ਮਾਹ ਦੀ ਰਚਨਾ ਕੀਤੀ ਹੈ ਜੋ ਤੁਖਾਰੀ ਰਾਗ ਦੇ ਵਿੱਚ ਹੈ। ਰਾਗ ਦਾ ਧਿਆਨ ਰੱਖਣਾ ਹੈ, 12 ਮਾਹ ਦੇਸੀ 12 ਮਹੀਨਿਆਂ ਨੂੰ ਲੈ ਕੇ ਰਚੀ ਹੋਈ ਰਚਨਾ ਨੂੰ 12 ਮਾਹ ਜਿਹੜਾ ਹੈ ਕਹਿ ਦਿੱਤਾ ਜਾਂਦਾ ਹੈ। ਇਹ ਤੁਖਾਰੀ ਰਾਗ ਦੇ ਵਿੱਚ
ਦਰਜ ਹੈ। ਫਿਰ 12 ਇਹਨਾਂ ਨੇ ਜਿਹੜੀਆਂ ਟੋਟਲ ਕੁੱਲ 3 12 ਰਚੀਆਂ ਨੇ, ਇੱਕ ਆਸਾ ਦੀ ਵਾਰ, ਇੱਕ ਮਾਝ ਦੀ ਵਾਰ, ਇੱਕ ਮਲਾਰ ਦੀ ਵਾਰ। ਆਦਿ ਗ੍ਰੰਥ ਦੇ ਵਿੱਚ ਤਿੰਨੇ 12 ਜਿਹੜੀਆਂ ਸੰਕਲਿਤ ਨੇ। ਆਸਾ ਦੀ ਵਾਰ ਦੇ ਵਿੱਚ ਸਿੱਖ ਮਰਿਆਦਾ ਦਾ ਇੱਕ ਅਨਿੱਖੜ ਬਣੀ ਹੋਈ ਹੈ। ਸਿੱਖ ਗੁਰੂ ਸਥਾਨਾਂ 'ਤੇ ਇਸ ਵਾਰ ਦਾ ਹਰ ਰੋਜ਼ ਅੰਮ੍ਰਿਤ ਵੇਲੇ ਗਾਇਨ ਜਿਹੜੇ ਆ ਉਹ ਕਰਦੇ ਆ। ਇਹਦਾ ਜਿਹੜਾ ਟੁੰਡੇ ਅਸਰਾਜੇ ਦੀ ਵਾਰ ਦੀ ਧੁਨੀ 'ਤੇ ਗਾਉਣ ਦਾ ਇਹਨੂੰ ਸੰਗੀਤ ਜਿਹੜਾ ਹੈ ਉਹ ਦਿੱਤਾ ਗਿਆ ਹੋਇਆ ਹੈ। ਇਸ ਵਾਰ ਵਿੱਚ ਗੁਰੂ ਜੀ ਨੇ 24 ਪੌੜੀਆਂ ਨੇ ਅਤੇ 45 ਸਲੋਕ ਜਿਹੜੇ ਆ ਉਹ ਦਰਜ ਨੇ। ਫਿਰ ਮਾਝ ਦੀ ਵਾਰ ਇਹ ਜਿਹੜੀ 27 ਪੌੜੀਆਂ ਅਤੇ 46 ਸਲੋਕਾਂ ਦੇ ਵਿੱਚ ਦਰਜ ਹੈ। ਫਿਰ ਮਲਾਰ ਦੀ ਵਾਰ 26 ਪੌੜੀਆਂ ਦੇ ਵਿੱਚ ਦਰਜ ਹੈ। ਮਲਾਰ ਦੀ ਵਾਰ ਕੁੱਲ 27 ਪੌੜੀਆਂ ਨੇ, ਇੱਕ ਪੌੜੀ ਗੁਰੂ ਅਰਜਨ ਦੇਵ ਜੀ ਦੀ ਇਹਨਾਂ ਦੇ ਵਿੱਚੋਂ ਰਚਿਤ ਹੈ। ਤਾਂ ਪਿਆਰੇ ਵਿਦਿਆਰਥੀਓ, ਇਹ ਬਾਣੀ ਦੇ ਵਿੱਚ ਤੁਸੀਂ ਲਿਖ ਸਕਦੇ ਹੋ ਕਿ ਗੁਰੂ ਨਾਨਕ ਦੇਵ ਜੀ ਦੀ ਇਹ ਬਾਣੀ ਹੈ। ਇੰਨੇ ਕੁੱਲ ਰਾਗ ਨੇ। ਇਹ ਸਾਰਾ ਤੁਸੀਂ ਉਹਨਾਂ ਦੀ ਬਾਣੀ, ਉਹਨਾਂ ਦੇ ਜੀਵਨ ਦੇ ਨਾਲ ਸੰਬੰਧਿਤ ਗੱਲਾਂ ਨੂੰ ਲਿਖਣਾ ਹੈ। ਅੱਜ ਦੀ ਕਲਾਸ ਦੇ ਵਿੱਚੋਂ ਗੁਰਮਤਿ ਕਾਵਿ ਧਾਰਾ ਦੇ ਵਿੱਚ ਸਿਰਫ ਗੁਰੂ ਨਾਨਕ ਦੇਵ ਜੀ ਦੇ ਬਾਰੇ ਹੀ ਆਪਾਂ ਗੱਲ ਕੀਤੀ ਹੈ। ਇਸ ਤੋਂ ਅਗਲੇ ਗੁਰੂਆਂ ਦੀ ਜਿਹੜੀ ਹੈ ਗੱਲਬਾਤ, ਅਗਲੇ ਗੁਰੂਆਂ ਦੀ ਬਾਣੀ, ਉਹਨਾਂ ਦਾ ਜੀਵਨ ਮੈਂ ਅਗਲੀਆਂ ਕਲਾਸਾਂ ਦੇ ਵਿੱਚ ਤੁਹਾਡੇ ਨਾਲ ਸਾਂਝਾ ਕਰਾਂਗਾ। ਧੰਨਵਾਦ।